छड़ी ना कदे मेरी बाँ बाबा नानका, छड़ी ना कदे मेरी बाँ बाबा नानका। बख्श देवी मेरे, बख्श देवी मेरे, बख्श देवी मेरे तू गुनाह बाबा नानका। ਇਹ ਸਥਾਨ ਹੈ ਗੁਰਦੁਆਰਾ ਰੀਠਾ ਸਾਹਿਬ ਦਾ। ਕੱਲ ਰਾਤੀ ਅਸੀਂ ਟਾਈਮ ਸਿਰ ਇੱਥੇ ਪਹੁੰਚ ਗਏ ਸੀਗੇ, ਮੌਸਮ ਨੇ ਬਹੁਤ ਸਾਥ ਦਿੱਤਾ, ਵਾਹਿਗੁਰੂ ਅੰਗ ਸੰਗ ਸਾਈ ਸੀਗਾ। ਅੱਜ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਣੇ ਆ ਤੇ ਉਸ ਰੀਠੇ ਦੇ ਦਰਖਤ ਦੇ ਦਰਸ਼ਨ ਕਰਾਣੇ ਆ ਜਿਹੜਾ ਬਾਬਾ ਜੀ ਨੇ ਇੱਥੇ ਲਗਾਇਆ ਸੀਗਾ। ਤੇ ਇਹ ਸਾਰਾ ਬਾਗ ਜਿਹੜਾ ਇਸ ਪਾਸੇ ਦਾ ਸਾਰੇ ਇੱਥੇ ਰੀਠੇ ਲੱਗੇ ਨੇ। ਮੇਰੀ ਬਾਂ ਬਾਬਾ ਨਾਨਕਾ, ਛੱਡੀ ਨਾ ਕਦੇ ਮੇਰੀ ਬਾਂ। ਇਹ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਤੇ ਜਿਹੜਾ ਦਾ ਇਤਿਹਾਸ ਆ ਰੀਠਾ ਸਾਹਿਬ ਦਾ ਦਰਖਤ ਹੈਗਾ ਆ ਜਿਹੜਾ ਆਪ ਜੀ ਦੇਖ ਰਹੇ ਜੇ। ਤੇ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆਏ, ਇੱਥੇ ਪਹਿਲਾਂ ਢੇਰਨਾਥ ਜੋਗੀ ਰਹਿੰਦਾ ਸੀਗਾ, ਨਾਲ ਉਹ ਆਪਣੇ ਸੇਵਕਾਂ ਸਮੇਤ। ਤਾਂ ਇੱਕ ਬੰਨੇ ਜੋਗੀ ਬੈਠੇ ਸੀਗੇ, ਇੱਕ ਬੰਨੇ ਗੁਰੂ ਨਾਨਕ ਦੇਵ ਜੀ ਆ ਕੇ ਬੈਠ ਗਏ। ਤਾਂ ਉਹਨਾਂ ਨੂੰ ਕੋਈ ਸੱਚ ਦਾ ਉਪਦੇਸ਼ ਦੇਣ ਵਾਸਤੇ ਗੁਰੂ ਸਾਹਿਬ ਇੱਥੇ ਆਏ ਸੀਗੇ। ਤੇ ਢੇਰਨਾਥ ਆਪਣੀਆਂ ਕਰਾਮਾਤਾਂ ਵਿਖਾਉਂਦਾ ਸੀ, ਕੋਈ ਢੇਰ ਕਿਸ ਚੀਜ਼ ਦਾ ਲਾ ਦਿੱਤਾ, ਉਹਨੂੰ ਖਤਮ ਕਰ ਦਿੱਤਾ, ਢੇਰ ਲਾਉਣੇ, ਢੇਰ ਹਟਾ ਦੇਣੇ, ਉਹਨਾਂ ਦਾ ਇਸ ਕਰਕੇ ਨਾ ਹੀ ਢੇਰਨਾਥ ਸੀਗਾ। ਤੇ ਮਰਦਾਨਾ ਜੀ ਕਹਿੰਦੇ ਗੁਰੂ ਸਾਹਿਬ ਨੂੰ ਕਿ ਮਹਾਰਾਜ ਜੀ ਮੈਨੂੰ ਭੁੱਖ ਲੱਗੀ ਹੈ ਤੇ ਮੈਨੂੰ ਕੁਛ ਛਕਾਓ ਕੁਛ। ਤੇ ਗੁਰੂ ਸਾਹਿਬ ਕਹਿਣ ਲੱਗੇ ਆਪਾਂ ਨਾ ਜੋਗੀਆਂ ਦੇ ਕੋਲ ਆਏ ਆ, ਇਹਨਾਂ ਕੋਲ ਮੰਗਲਾ ਖਾਣ ਵਾਸਤੇ ਕੁਛ ਤੂੰ। ਤੇ ਮਰਦਾਨਾ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਮੈਨੂੰ ਛਕਾਓ ਕੁਛ, ਮੈਨੂੰ ਭੁੱਖ ਲੱਗੀ ਆ। ਤੇ ਉਹ ਜੋਗੀ ਕਹਿਣ ਲੱਗੇ ਵੀ ਜੇ ਤੂੰ ਆਇਆ ਕਿਸ ਤਰ੍ਹਾਂ ਇੱਥੇ, ਕਿਹਦੇ ਨਾਲ ਆਇਆ ਤੂੰ, ਤੁਸੀਂ ਕਿਸ ਤਰ੍ਹਾਂ ਇੱਥੇ ਆ ਗਏ। ਤੇ ਮਰਦਾਨਾ ਜੀ ਕਹਿੰਦੇ ਮੈਂ ਗੁਰੂ ਨਾਨਕ ਦੇਵ ਜੀ ਦੇ ਨਾਲ ਆਇਆ, ਸਮਰੱਥ ਪੂਰਨ ਗੁਰੂ ਜਿਨ੍ਹਾਂ ਨਾਲ ਮੈਂ ਆਇਆ ਆ। ਤੂੰ ਵੇਖਦੇ ਆ ਵੀ ਇਹ ਇਸ ਤਰ੍ਹਾਂ ਕਿੱਦਾਂ ਆ ਗਏ ਇੱਥੇ। ਕਹਿੰਦੇ ਵੀ ਤੂੰ ਜੇ ਐਡਾ ਤੇਰੇ ਗੁਰੂ ਸਮਰੱਥ ਆ, ਤੇਰਾ ਪੂਰਨ ਗੁਰੂ, ਤੈਨੂੰ ਕਹਿੰਦੇ ਤੈਨੂੰ ਭੋਜਨ ਛਕਾਏ, ਇੱਥੇ ਬੈਠਾ ਪ੍ਰਗਟ ਕਰੇ, ਕਿਤੇ ਜਾਣਾ ਨਹੀਂ ਮੰਗਣ ਵਾਸਤੇ। ਤੇ ਮਰਦਾਨਾ ਜੀ ਨੇ ਫਿਰ ਬੇਨਤੀ ਕੀਤੀ ਗੁਰੂ ਸਾਹਿਬ ਨੂੰ ਕਿ ਮਹਾਰਾਜ ਜੀ ਮੈਨੂੰ, ਉਹਨਾਂ ਨੇ ਕਿਹਾ ਵੀ ਤੇਰਾ ਗੁਰੂ ਹੀ ਛਕਾਏਗਾ, ਤੇ ਇੱਥੇ ਬੈਠਿਆਂ ਪ੍ਰਗਟ ਕਰੋ ਖਾਣ ਵਾਸਤੇ। ਤੇ ਗੁਰੂ ਸਾਹਿਬ ਤਾਂ ਜਾਣ ਸੀਗੇ। ਤੇ ਗੁਰੂ ਸਾਹਿਬ ਜੀ ਨੇ ਰੀਠੇ ਵੱਲ ਨੂੰ ਇਸ਼ਾਰਾ ਕਰ ਦਿੱਤਾ ਵੀ ਇਹਦਾ ਫਲ ਤੋੜ ਕੇ ਖਾ ਲਾ। ਜਦੋਂ ਇਸ਼ਾਰਾ ਹੋ ਗਿਆ ਤੇ ਉਹ ਸ਼ਹਿਦ ਵਰਗਾ, ਅੰਮ੍ਰਿਤ ਵਰਗਾ ਰੀਠਾ ਮਿੱਠਾ ਹੋ ਗਿਆ। ਤੇ ਮਰਦਾਨਾ ਜੀ ਰੀਠੇ ਦੇ ਉੱਪਰ ਚੜ੍ਹੇ ਤੇ ਜਾ ਕੇ ਫਲ ਖਾਣੇ ਸ਼ੁਰੂ ਕਰ ਦਿੱਤੇ। ਜੋਗੀ ਵੇਖ ਜਾ ਵੀ ਇਹ ਫਲ ਖਾਣ ਵਾਲਾ ਤਾਂ ਨਹੀਂ ਹੁੰਦਾ, ਇਹ ਖਾਈ ਕਿਸ ਤਰ੍ਹਾਂ ਜਾਂਦਾ ਆ। ਉਹ ਵੇਖਦੇ ਨੇ ਵੀ ਜਿਹੜਾ ਜੋਗੀ ਆ ਇਹਨਾਂ ਨੇ ਕੁਛ ਕਰਾਮਾਤ ਵਿਖਾ ਦਿੱਤੀ ਆ, ਤੇ ਹੁਣ ਸਾਡੀ ਕਰਾਮਾਤ ਦਾ ਸ਼ਕਤੀ ਵਿਖਾਉਣ ਦਾ ਟਾਈਮ ਹੈਗਾ ਆ। ਉਹਨਾਂ ਨੇ ਆਪਣੀ ਸ਼ਕਤੀ ਦੁਆਰਾ ਮਰਦਾਨਾ ਜੀ ਵੱਲ ਨੂੰ ਸੱਪ ਬਣਾ ਕੇ ਛੱਡ ਦਿੱਤਾ। ਤੇ ਸੱਪ ਉੱਪਰ ਆਉਣ ਲੱਗਾ ਤੇ ਮਰਦਾਨਾ ਜੀ ਕਹਿੰਦੇ ਮਹਾਰਾਜ ਜੀ ਉੱਪਰ ਤਾਂ ਸੱਪ ਆ ਰਿਹਾ ਆ। ਤੇ ਗੁਰੂ ਸਾਹਿਬ ਕਹਿੰਦੇ ਸੱਪ ਨਹੀਂ, ਇਹ ਤਾਂ ਪੱਥਰ ਆ। ਸੱਪ ਉੱਥੇ ਹੀ ਪੱਥਰ ਹੋ ਗਿਆ। ਤੇ ਮਰਦਾਨਾ ਜੀ ਰੀਠੇ ਤੋੜ ਕੇ ਥੱਲੇ ਲੈ ਆਏ ਤੇ ਗੁਰੂ ਸਾਹਿਬ ਨੇ ਸਾਰੇ ਜੋਗੀਆਂ ਨੂੰ ਪ੍ਰਸ਼ਾਦ ਵਰਤਾ ਦਿੱਤਾ। ਤੇ ਜੋਗੀ ਕਹਿਣ ਲੱਗੇ ਮਹਾਰਾਜ ਇਹ ਕੀ ਕਾਰਨ ਆ, ਇੱਕ ਬੰਨੇ ਰੀਠੇ ਮਿੱਠੇ, ਇੱਕ ਬੰਨੇ ਕੌੜੇ, ਸਾਰਾ ਰੀਠਾ ਮਿੱਠਾ ਕਰੋ। ਤੇ ਗੁਰੂ ਸਾਹਿਬ ਕਹਿਣ ਲੱਗੇ ਇੱਕ ਬੰਨੇ ਅਸਾਂ ਮਿੱਠਾ ਕੀਤਾ, ਹੁਣ ਦੂਜੇ ਬੰਨੇ ਤੁਸੀਂ ਮਿੱਠਾ ਕਰੋ। ਫਿਰ ਉਹਨਾਂ ਦੀ ਸ਼ਕਤੀ ਨਾਲ ਮਿੱਠਾ ਨਹੀਂ ਹੋਇਆ। ਉਸੇ ਤਰ੍ਹਾਂ ਹੀ ਇੱਕ ਬੰਨੇ ਮਿੱਠੇ, ਇੱਕ ਬੰਨੇ ਕੌੜੇ ਆਉਂਦੇ ਰਹੇ ਰੀਠੇ ਦੇ। ਤੇ ਆਹ ਰੀਠਿਆਂ ਦਾ ਪ੍ਰਸ਼ਾਦ ਅਸਾਂ ਰੱਖਿਆ ਆ। ਤੇ ਆਪ ਜੀ ਜਦੋਂ ਵੀ ਕੋਈ ਸੰਗਤ ਨੂੰ ਪ੍ਰਸ਼ਾਦ ਦਿੱਤਾ ਜਾਂਦਾ, ਸੰਗਤਾਂ ਨੂੰ ਰੀਠਿਆਂ ਦਾ ਦਰਸ਼ਨ ਕਰਕੇ ਆਓ, ਨਾਲੇ ਰੀਠਿਆਂ ਦਾ ਪ੍ਰਸ਼ਾਦ ਲਓ। ਸਰਬਤ ਦਾ ਮੰਗਣਾ ਬਾਬਾ ਤੂੰ ਸਿਖਾਇਆ। ਜਿਸ ਤਰ੍ਹਾਂ ਰੀਠੇ ਦੇ ਫਲ ਦੇ ਅੰਦਰ ਹਲਕਾ ਜਿਹਾ ਕੜਵਾਹਟ ਜਿਹੜੀ ਹੁੰਦੀ ਹੈਗੀ, ਇਹ ਦੱਸਣ ਲਈ ਕਿ ਇਹ ਰੀਠਾ ਹੈਗਾ, ਉਹਨਾਂ ਕੋ ਟਿੰਚ ਹੈ, ਬਾਕੀ ਰੀਠਾ ਬਿਲਕੁਲ ਮਿੱਠਾ ਹੈਗਾ। ਰੀਠੇ ਦਾ ਫਲ ਜਿਹੜਾ ਹੈਗਾ ਤੁਹਾਨੂੰ ਯਾਦ ਹੋਏਗਾ, ਲੋਕੀ ਮੈਨੂੰ ਯਾਦ ਹੈ, ਅਸੀਂ ਲੋਕ ਘਰ ਜਿਸ ਕਰ ਰੀਠਾ ਉਬਾਲ ਕੇ ਸਿਰ ਧੋਣ ਦੀ ਕੰਮ ਕਰ ਲੈਂਦੇ ਸੀਗੇ। ਤੇ ਰੀਠਾ ਬਹੁਤ ਹੀ ਕੌੜਾ ਹੁੰਦਾ ਸੀਗਾ, ਪਰ ਬਾਬਾ ਜੀ ਦੀ ਮਿਹਰ ਵਰਤੀ, ਇਸ ਕੋਲ ਸਾਰੇ ਰੀਠੇ ਜਿਹੜੇ ਨੇ ਇੱਥੇ ਦੇ ਮਿੱਠੇ ਨੇ। ਤੂੰ ਹੀ ਦਿਸਦਾ ਏ ਹਰ ਥਾਂ ਬਾਬਾ ਨਾਨਕ। ਇਹ ਰੀਠਿਆਂ ਦਾ ਉਹ ਪ੍ਰਸ਼ਾਦ ਹੈਗਾ ਜਿਹੜਾ ਕਿ ਵ੍ਰਿਕਸ਼ ਤੋਂ ਉਤਾਰ ਕੇ ਪ੍ਰੀਜ਼ਰਵ ਕਰਕੇ ਸੁਕਾ ਕੇ ਰੱਖਿਆ ਜਾਂਦਾ ਹੈ ਤੇ ਸੰਗਤ ਵਿੱਚ ਵਰਤਾਇਆ ਜਾਂਦਾ ਹੈਗਾ। ਰੀਠੇ ਦੇ ਪੇੜ ਦੇ ਵਿੱਚ ਸਾਲ 'ਚ ਇੱਕੋ ਵਾਰ ਫਸਲ ਆਉਂਦੀ ਹੈਗੀ ਤੇ ਜਿਹੜੀ ਦੀਵਾਲੀ ਦੇ ਨੇੜੇ ਤੇੜੇ ਪੱਕਦੀ ਹੈਗੀ। ਤੇ ਮੈਂ ਬਾਬਾ ਜੀ ਕੋਲ ਪੁੱਛ ਰਿਹਾ ਸੀਗਾ ਕਿ ਵੀ ਇੰਨੇ ਸਾਰੇ ਸੰਗਤ ਇੱਥੇ ਆਉਂਦੀ ਹੈਗੀ ਤੇ ਕਿਸ ਤਰੀਕੇ ਨਾਲ ਇਹਨਾਂ ਪੇੜਾਂ ਤੋਂ ਇੰਨੇ ਰੀਠੇ ਨਿਕਲਦੇ ਨੇ। ਤੇ ਉਹਨਾਂ ਦਾ ਬਹੁਤ ਹੀ ਖੂਬਸੂਰਤ ਵਚਨ ਸੀਗਾ ਕਿ ਬਾਬਾ ਆਪ ਹੀ ਦੇ ਰਿਹਾ ਤੇ ਬਾਬਾ ਆਪ ਹੀ ਵਰਤਾ ਰਿਹਾ, ਤੇ ਉਹ ਪ੍ਰਸ਼ਾਦ ਜਿਹੜਾ ਹੈ ਅੱਜ ਤੱਕ ਵਰਤਾਇਆ ਜਾ ਰਿਹਾ ਹੈ। ਗੁਰੂ ਦੀ ਮਿਹਰ ਸੀਗੀ। ਆਓ ਤੁਹਾਨੂੰ ਅੰਦਰ ਜਾ ਕੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਈਏ। ਜਪ ਗੋਬਿੰਦ
गोपाल लाल राम नाम सिमर तू जीवै फिर ना खाई महाकाल बिन गुर पूरे नाही उधार बाबा नानक आखे ये हो विचार। ਬਹੁਤ ਚੰਗੇ ਇੱਥੇ ਇੰਤਜ਼ਾਮ ਨੇ। ਅਸੀਂ ਵੀ ਰਾਤੀ ਗੁਰਦੁਆਰਾ ਸਾਹਿਬ ਦੇ ਜਿਹੜੀ ਅਸੀਂ ਸਲਾਹ ਹੈਗੀ ਉੱਥੇ ਠਹਿਰੇ ਸੀਗੇ। ਜਿੰਨੇ ਵੀ ਗੁਰਦੁਆਰੇ 'ਚ ਅਸੀਂ ਜਾ ਰਹੇ ਹਾਂ ਉੱਥੇ ਹੀ ਲੰਗਰ ਛਕ ਰਹੇ, ਉੱਥੇ ਸਰਾਜ ਰੁਕ ਰਹੇ ਅਸੀਂ ਤੇ ਇੰਤਜ਼ਾਮ ਬਹੁਤ ਚੰਗੇ ਨੇ। ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਇੱਥੇ ਗੁਰਦੁਆਰੇ 'ਚ ਆ ਕੇ ਦਰਸ਼ਨ ਕਰੋ। ਉੱਥੇ ਪੂਰੇ ਇੰਤਜ਼ਾਮ ਨੇ, ਸਾਫ਼ ਸਫਾਈ ਹੈਗੀ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਬਣਿਆ। ਬਾਬਾ ਨਾਨਕ ਆਖੇ ਇਹੋ ਵਿਚਾਰ। मेरे राम एह नीच करम हर मेरे